ਫਾਲਗੁਣ ਆਨੰਦ ਉਪਾਰਜਨ, ਹਰ ਸੱਜਣ ਪ੍ਰਗਟੇ ਆਏ। ਇਹ ਮਹੀਨਿਆਂ ਦੇ ਨਾਵਾਂ ਤੋਂ ਅਖੀਰ 12ਵਾਂ ਮਹੀਨਾ ਹੈ ਅਤੇ ਇਹਨੂੰ ਗੁਰੂ ਸਾਹਿਬ ਜੀ ਨੇ ਫਾਲਗੁਣ ਲਿਖਿਆ ਹੈ। ਅਸੀਂ ਇਹਨੂੰ ਫੱਗਣ ਆ ਕੇ ਉਚਾਰਨ ਕਰਦੇ ਹਾਂ। ਬਾਣੀ ਨੇ ਇਸ ਨੂੰ ਫਾਲਗੁਣ ਲਿਖਿਆ ਹੈ। ਤਾਂ ਗੁਰੂ ਸਾਹਿਬ ਆਖਦੇ ਨੇ ਇਸ ਮਹੀਨੇ ਦੇ ਅੰਦਰ, ਇਸ ਸਮੇਂ ਦੇ ਅੰਦਰ ਜਿਹੜੀ ਰੁੱਤ ਬਣਦੀ ਹੈ, ਜਿਹੜਾ ਆਲੇ ਦੁਆਲੇ ਦਾ ਸਮਾਂ ਹੈ, ਅਤੇ ਉਹ ਖਾਸ ਤੌਰ 'ਤੇ ਹੋਲੀਆਂ ਆਦਿਕ ਦਾ ਤਿਉਹਾਰ ਜਿਹੜਾ ਹੈ ਇਹਦੇ ਵਿੱਚ ਮਨਾਇਆ ਜਾਂਦਾ ਹੈ। ਕਈ ਤਰ੍ਹਾਂ ਦੇ ਰੰਗ ਤਮਾਸ਼ੇ ਖੁਸ਼ੀਆਂ ਕੀਤੀਆਂ ਜਾਂਦੀਆਂ ਨੇ, ਪਰ ਗੁਰੂ ਸਾਹਿਬ ਜੀ ਆਖਦੇ ਨੇ ਗੁਰਸਿੱਖ ਦੇ ਜੀਵਨ ਅੰਦਰ ਫਲਗੁਣ, ਫਲਾਂ ਦਾ ਗੁਣ, ਗੁਣਾਂ ਦਾ ਫਲ, ਸਭ ਤੋਂ ਉੱਤਮ ਫਲ ਇਹ ਹੈ ਕਿ ਉਹਦੇ ਅੰਦਰ ਜਿਹੜਾ ਹੈ ਹਰ ਸੱਜਣ ਪ੍ਰਗਟੇ ਆਏ। ਸੱਜਣ ਮਾਲਕ ਪ੍ਰਭੂ ਜੀ ਪ੍ਰਗਟ ਹੋ ਗਏ ਹਨ, ਭਾਵ ਉਹਨੇ ਅੰਦਰ ਵੇਖਣਾ ਸ਼ੁਰੂ ਕਰ ਦਿੱਤਾ। ਇਹਦੇ ਨਾਲ ਉਹਦੇ ਅੰਦਰ ਆਨੰਦ ਉਪਾਰਜਨਾ, ਉਹਦੇ ਜੀਵਨ ਵਿੱਚ ਆਤਮਿਕ ਆਨੰਦ ਪੈਦਾ ਹੁੰਦਾ ਹੈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਸੱਜਣ ਮਾਲਕ ਪ੍ਰਭੂ ਜੀ ਪ੍ਰਗਟ ਹੁੰਦੇ ਹਨ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਫਿਰ ਗੁਰੂ ਸਾਹਿਬ ਨਾਲ ਹੀ ਆਖਦੇ ਨੇ ਵੀ ਇਹ ਸੱਜਣ ਮਾਲਕ ਜੀ ਹੈ ਤੇ ਸਭਨਾਂ ਦੇ ਅੰਦਰ ਹੀ, ਸਾਰਿਆਂ ਦੇ ਵਿੱਚ ਵਸਦੇ ਨੇ, ਪਰ ਸਤਸੰਗੀ ਜਨ ਜਿਹੜੇ ਨੇ ਇਸ ਗੱਲ ਵਿੱਚ ਸਹਾਇਤਾ ਕਰਦੇ ਨੇ ਵੀ ਉਹ ਮਨੁੱਖ ਆਪਣੇ ਅੰਦਰ ਹੀ ਉਸ ਨੂੰ ਵੇਖਦਾ ਹੈ। ਤੋ ਸੰਤ ਸਹਾਈ, ਇਹ ਸੰਤ ਜਨ ਜਿਹੜੇ ਨੇ ਸਹਾਇਤਾ ਕਰਦੇ ਨੇ ਮਾਲਕ ਪ੍ਰਭੂ ਨਾਲ ਮਿਲਾਪ ਵਾਸਤੇ। ਕਰ ਕਿਰਪਾ ਦੀਆ ਮਿਲਾਏ, ਤੋ ਕਿਰਪਾ ਕਰਕੇ, ਮਿਹਰ ਕਰਕੇ ਜਿਹੜਾ ਹੈ ਉਹਨਾਂ ਨੂੰ ਪ੍ਰਭੂ ਨਾਲ ਜੋੜ ਦਿੰਦੇ ਹਨ। ਸੇਜ ਸੁਹਾਵੀ ਸਰਬ ਸੁੱਖ, ਹੁਣ ਦੁੱਖਾਂ ਨਾਹੀਂ ਜਾਏ। ਦੁੱਖਾਂ ਦੀ ਕੋਈ ਥਾਂ ਨਹੀਂ ਹੈ। ਉਹਨਾਂ ਦੀ ਹਿਰਦਾ ਰੂਪੀ ਸੇਜਾ ਸੁੰਦਰ ਬਣ ਗਈ ਹੈ। ਸਾਰੇ ਸੁੱਖ ਉਹਨਾਂ ਦੇ ਜੀਵਨ ਵਿੱਚ ਆ ਗਏ ਹਨ ਅਤੇ ਹੁਣ ਥੋੜ੍ਹੀ ਭਰ ਵੀ ਥਾਂ ਦੁੱਖਾਂ ਵਾਸਤੇ ਉਹਨਾਂ ਦੇ ਅੰਦਰ ਨਹੀਂ ਰਹਿ ਜਾਂਦੀ। ਭਾਵ ਉਹਨਾਂ ਦੇ ਜੀਵਨ ਵਿੱਚ ਹੁਣ ਕਿੰਨੇ ਵੀ ਜਿਹੜੇ ਨੇ ਉਹ ਦੁੱਖ ਭਾਵੇਂ ਆਉਂਦੇ ਰਹਿਣ, ਪਰ ਉਹ ਦੁੱਖਾਂ ਵਿੱਚ ਘਬਰਾਉਂਦੇ ਨਹੀਂ ਹਨ। ਉਹ ਸਗੋਂ ਦੁੱਖ ਨੂੰ ਵੀ ਰੱਬ ਦੀ ਦਾਤ ਹੀ ਸਮਝਦੇ ਹਨ। ਇੱਛ ਪੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਤੋ ਵੱਡਿਆਂ ਭਾਗਾਂ ਵਾਲੀ ਜੀਵ ਰੂਪੀ ਇਸਤਰੀਆਂ ਜਿਨ੍ਹਾਂ ਦੀ ਇੱਛਾ ਪੂਰੀ ਹੋ ਗਈ ਹੈ, ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਉਹ ਹਨ ਵਰ ਪਾਇਆ ਹਰ ਰਾਏ, ਜਿਨ੍ਹਾਂ ਨੂੰ ਖਸਮ ਮਾਲਕ ਪ੍ਰਭੂ ਪਰਮਾਤਮਾ ਵਰ ਮਿਲ ਜਾਂਦਾ ਹੈ। ਉਹਨਾਂ ਵੱਡਿਆਂ ਭਾਗਾਂ ਵਾਲੀਆਂ ਜੀਵ ਰੂਪੀ ਇਸਤਰੀਆਂ ਦੀਆਂ ਮਨ ਦੀ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਮਾਲਕ ਪ੍ਰਭੂ ਪਰਮਾਤਮਾ ਰੂਪੀ ਵਰ ਮਿਲ ਜਾਂਦਾ ਹੈ। ਮਿਲ ਸਹੀਆਂ ਮੰਗਲ ਗਾਵਹੀਂ, ਸਹੀਆਂ ਹਾਹਾ ਜ਼ਰੂਰ ਉਚਾਰਨ ਕਰਨਾ ਹੈ। ਅਕਸਰ ਪਾਠ ਕਰਨ ਵਾਲੇ ਨੂੰ ਸਹੀਆਂ ਪਾਠ ਕਰ ਜਾਂਦੇ ਹਨ, ਤੋ ਹਾਹਾ ਹੀ ਉਚਾਰਨ। ਸਹੀਆਂ, ਸਖੀਆਂ, ਸਤ ਸੰਗਤ ਰੂਪੀ ਸਖੀਆਂ। ਤੋ ਮਿਲ ਸਹੀਆਂ ਮੰਗਲ ਗਾਵਹੀਂ, ਸਤ ਸੰਗਤ ਵਿੱਚ ਮਿਲ ਕੇ ਸਤ ਸੰਗਤ ਰੂਪੀ ਸਹੇਲੀਆਂ ਨਾਲ ਉਹ ਮਿਲ ਕਰਕੇ ਰੱਬ ਦੀ ਸਿਫਤ ਸਲਾਹ ਦਾ ਗੀਤ ਗਾਉਂਦੀਆਂ ਹਨ। ਗੀਤ ਗੋਬਿੰਦ ਅਲਾਏ, ਅਲਾਏ ਦਾ ਅਰਥ ਹੈ ਉਚਾਰਨ ਕਰਨਾ, ਬੋਲਣਾ, ਅਲਾਪ ਕਰਨਾ। ਤੋ ਆਤਮਿਕ ਆਨੰਦ ਪੈਦਾ ਕਰਨ ਵਾਲੀ ਬਾਣੀ ਦੀ ਸਿਫਤ ਸਲਾਹ ਮਾਨੋ ਇਹ ਸ਼ਬਦ, ਇਹ ਗੁਣ, ਇਹ ਬਾਣੀ ਰੂਪੀ ਹੀ ਜਿਹੜੇ ਨੇ ਉਹ ਅੰਦਰ ਆਨੰਦ ਪੈਦਾ ਕਰਨ ਵਾਲੇ ਗੀਤ ਨੂੰ ਮਾਨੋ ਗਾਉਂਦੇ ਹਨ। ਔਰ ਉਸ ਆਪਣੇ ਅੰਦਰ ਜਿਹੜਾ ਹੈ ਉਹਨਾਂ ਨੇ ਟਿਕਾ ਬਣਾਇਆ ਹੈ। ਇੱਕ ਇਹੋ ਜਿਹਾ ਗੀਤ ਗਾਉਂਦੇ ਨੇ, ਉਹ ਗੀਤ ਇਸ ਤਰ੍ਹਾਂ ਦਾ ਹੈ ਜਿਸ ਵਿੱਚ ਉਹ ਇਸ ਗੱਲ ਨੂੰ ਸਮਝਦੇ ਅਤੇ ਦੂਜਿਆਂ ਨੂੰ ਆਖਦੇ ਨੇ ਕਿ ਹਰ ਜਿਹਾ ਅਵਰ ਨ ਦਿਸਈ। ਤੋ ਹਰੀ ਪ੍ਰਭੂ ਪਰਮਾਤਮਾ ਵਰਗਾ, ਉਹਦੀ ਬਰਾਬਰੀ ਦਾ ਕੋਈ ਦੂਜਾ ਨਹੀਂ ਉਹਨਾਂ ਨੂੰ ਦਿਸਦਾ। ਕੋਈ ਦੂਜਾ ਲਵੈ ਨਾ ਲਾਏ, ਕਿਸੇ ਦੂਜੇ ਨੂੰ ਉਹਦੀ ਬਰਾਬਰੀ 'ਤੇ ਲਾਉਂਦੇ ਨਹੀਂ। ਭਾਵ ਕੋਈ ਦੂਜਾ ਉਹਦੀ ਬਰਾਬਰੀ ਕਰ ਹੀ ਨਹੀਂ ਸਕਦਾ। ਉਹ ਤੇ ਮਾਲਕ ਐਸਾ ਹੈ ਕਿ ਹਲਤ ਪਲਤ ਸਵਾਰੇ ਹੋਣ, ਨਿਹਚਲ ਦਿੱਤੀਆਂ ਨ ਜਾਏ। ਉਹ ਦੋਵੇਂ ਥਾਂ ਸਵਾਰ ਦਿੰਦਾ ਹੈ, ਹਲਤ ਪਲਤ ਦੋਵੇਂ ਥਾਂ ਸਵਾਰ ਦਿੰਦਾ ਹੈ। ਨਿਹਚਲ ਦਿੱਤੀਆਂ ਨ ਜਾਏ, ਉਹ ਇਹੋ ਜਿਹੀ ਥਾਂ ਨਿਹਚਲ ਦਿੱਤੀਆਂ ਦਿੰਦਾ ਹੈ, ਇਹੋ ਜਿਹੀ ਭਾਵ ਅੰਦਰ ਦੀ ਅਡੋਲਤਾ ਬਖਸ਼ਿਸ਼ ਕਰਦਾ ਹੈ ਕਿ ਮਾਲਕ ਪ੍ਰਭੂ ਚਰਨਾਂ ਨਾਲ ਲਿਵ ਲੱਗੀ ਰਹਿੰਦੀ ਹੈ।
ਤੇ ਉਹ ਸ਼ਾਂਤ ਚਿੱਤ ਅਡੋਲ ਰਹਿੰਦਾ ਹੈ ਤੇ ਹਲਤ ਪਲ ਦੋਵੇਂ ਉਹਦੇ ਸਬਰ ਜਾਂਦੇ ਨੇ। ਤੋ ਚੇਤਾ ਰੱਖਣਾ, ਗੁਰੂ ਹੀ ਹੈ, ਮਾਲਕ ਹੀ ਹੈ ਜਿਹੜਾ ਹਲਤ ਪਲਤ ਦੋਵੇਂ ਸਵਾਰ ਸਕਦਾ ਹੈ। ਜਿਹੜਾ ਇੱਕ ਘਾਹੀ ਸਿੱਖ ਉਹ ਬਾਦਸ਼ਾਹ ਦੇ ਦਰਬਾਰ ਵਿੱਚ ਭੁਲੇਖੇ ਨਾਲ ਪਹੁੰਚ ਗਿਆ ਤੇ ਉਹਨੂੰ ਜਾ ਕੇ ਆਖਦਾ ਵੀ ਹਲਤ ਪਲਤ ਸਵਾਰ ਦੇ, ਤੇ ਉਹ ਅੱਗੋਂ ਆਖਦਾ ਵੀ ਹਲਤ ਪਲਤ ਸਵਾਰਨ ਵਾਲਾ ਮੈਂ ਨਹੀਂ ਹਾਂ, ਮੈਂ ਹੋ ਸਕਦਾ ਵੀ ਤੇਰਾ ਹਲਤ ਸਵਾਰ ਦਿਆਂ, ਤੇਰੇ ਨਾਂ 'ਤੇ ਕੋਈ ਜਗੀਰ ਲਗਾ ਦਿਆਂ, ਤੈਨੂੰ ਕੋਈ ਧਨ ਦੌਲਤ ਦੇ ਅੰਬਾਰ ਦੇ ਦਿਆਂ, ਪਰ ਜੇ ਹਲਤ ਪਲਤ ਦੋਵੇਂ ਸਵਾਰਨੇ ਨੇ ਤੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਮਹਾਰਾਜ ਦਾ ਦਰਬਾਰ ਲੱਗਾ ਤੇ ਉੱਥੇ ਜਾ। ਤੋ ਹਲਤ ਪਲਤ ਸਵਾਰਿਓਨ, ਇਹ ਗੁਰੂ ਹੀ ਮਾਲਕ ਪ੍ਰਭੂ ਹੀ ਸਵਾਰ ਸਕਦਾ ਹੈ। ਇਸ ਕਰਕੇ ਉਹਦੇ ਅੱਗੇ ਬੇਨਤੀ ਫਿਰ ਉਹ ਇਵੇਂ ਵੀ ਕਰਦਾ ਹੈ ਕਿ ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਤਹਾਏ। ਜਿਸ ਉੱਤੇ ਮਾਲਕ ਨੇ ਮਿਹਰ ਕਰ ਦਿੱਤੀ ਹੈ ਉਹਨੂੰ ਫਿਰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਿਆ ਹੈ, ਹੱਥ ਦੇ ਕਰਕੇ ਰੱਖਿਆ ਕੀਤੀ ਹੈ। ਬਹੁੜ ਨਾ ਜਨਮੈ ਧਾਏ, ਫਿਰ ਹੁਣ ਜਨਮਾਂ ਵਿੱਚ ਨਹੀਂ ਭਟਕਦਾ ਫਿਰਦਾ। ਜਿਹਵਾ ਏਕ ਅਨੇਕ ਗੁਣ, ਇਹ ਵਿਸ਼ਰਾਮ ਅਕਸਰ ਹੀ ਪੜ੍ਹਨ ਵਾਲੇ ਜਿਹੜੇ ਨੇ ਉਹ ਧਿਆਨ ਨਹੀਂ ਕਰਦੇ ਤੇ ਉਹ ਕਦੀ ਗੁਣ 'ਤੇ ਲਾ ਦਿੰਦੇ ਨੇ, ਕਦੀ ਤਰੇ 'ਤੇ ਲਾ ਦਿੰਦੇ ਨੇ। ਪਰ ਆਪ ਜੀ ਨੇ ਪਰਪੱਕ ਰੱਖਣਾ, ਜਿਹਵਾ ਏਕ ਅਨੇਕ ਗੁਣ, ਇੱਥੇ ਵਿਸ਼ਰਾਮ ਦੇਣਾ ਹੈ। ਸਾਡੀ ਇੱਕੋ ਹੀ ਜਿਹਵਾ ਹੈ ਪਰ ਮਾਲਕ ਪ੍ਰਭੂ ਦੇ ਗੁਣ ਤੇ ਅਨੇਕਾਂ ਹੀ ਹਨ। ਤਰੇ ਨਾਨਕ ਚਰਣੀ ਪਾਏ, ਪਰ ਫਿਰ ਵੀ ਜਿਹੜੇ ਉਸ ਮਾਲਕ ਦੇ ਚਰਨਾਂ ਵਿੱਚ ਪੈਂਦੇ ਹਨ, ਜਿਹੜਾ ਉਹਦਾ ਆਸਰਾ ਲੈਂਦੇ ਨੇ, ਉਹੀ ਸੰਸਾਰ ਸਮੁੰਦਰ ਤਰ ਜਾਂਦੇ ਹਨ। ਤੋ ਫਿਰ ਅਖੀਰ ਪੰਕਤੀ ਹੈ, ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ। ਤੋ ਫਿਰ ਗੁਰੂ ਸਾਹਿਬ ਜੀ ਆਖਦੇ ਨੇ ਇਹ ਅਖੀਰ ਮਹੀਨਾ ਭਾਵ ਮਨੁੱਖਾ ਜੀਵਨ ਦੇ ਸਮੇਂ ਵਿੱਚ ਨਿਤ ਸਲਾਹੀ ਹੈ। ਕਿਸ ਨੂੰ ਸਲਾਹੁਣਾ ਹੈ? ਜਿਸ ਨੂੰ ਤਿਲ ਨਾ ਤਮਾਏ, ਜਿਸ ਨੂੰ ਤਿਲ ਜਿੰਨਾ ਰਤਾ ਭਰ ਵੀ ਲਾਲਚ ਨਹੀਂ ਹੈ। ਇਹ ਗੱਲ ਚੇਤਾ ਰੱਖ ਲੈਣੀ ਹੈ। ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਨਾ, ਸਤ ਸੰਗਤ ਵਿੱਚ ਆਉਣਾ, ਬਾਣੀ ਪੜ੍ਹਨੀ, ਸੇਵਾ ਕਰਨੀ, ਇਹ ਰੱਬ ਨੂੰ ਕੋਈ ਲਾਲਚ ਦੇਣ ਵਾਲੀ ਗੱਲ ਨਹੀਂ ਹੈ। ਪਰ ਵੇਖੋ ਅਸੀਂ ਇੱਥੇ ਵੀ ਰੱਬ ਨੂੰ ਇੱਕ ਲਾਲਚੀ ਜਿਹਾ ਬਣਾ ਦਿੱਤਾ। ਜਦੋਂ ਅਸੀਂ ਗਿਣਤੀ ਨਾਲ ਪਾਠ ਕਰਦੇ ਹਾਂ ਵੀ ਮੈਂ ਇੰਨੇ ਪਾਠ ਕਰਾਂਗਾ ਤਾਂ ਮੈਨੂੰ ਵਾਹ ਦੇ, ਇਵੇਂ ਰੱਬ ਨੂੰ ਵੀ ਅਸੀਂ ਲਾਲਚੀ ਬਣਾ ਰਹੇ ਹਾਂ, ਆਪਣੇ ਵਰਗੇ ਸਮਝ ਰਹੇ ਹਾਂ। ਪਰ ਗੁਰੂ ਸਾਹਿਬ ਜੀ ਆਖਦੇ ਨੇ ਨਿਤ ਸਲਾਹੀ ਹੈ ਉਹਨੂੰ ਜਿਸ ਨੂੰ ਤਿਲ ਨਾ ਤਮਾਏ, ਜਿਹਨੂੰ ਤੁਹਾਡੀ ਇਸ ਵਡਿਆਈ ਦੀ ਰਤਾ ਭਰ ਵੀ ਕੋਈ ਲਾਲਚ ਨਹੀਂ ਹੈ, ਪਰ ਇਹਦੇ ਵਿੱਚ ਸਾਡਾ ਹੀ ਭਲਾ ਹੈ, ਇਹਦੇ ਵਿੱਚ ਸਾਡਾ ਜੀਵਨ ਸੁਧਾਰ ਹੋਵੇਗਾ। ਸਾਨੂੰ ਗੁਰੂ ਸਾਹਿਬ ਨੇ ਜੀਵਨ ਜਾਚ ਦਿੱਤੀ ਹੈ ਵੀ ਉਹਦੀ ਜੇ ਮਿਹਰ ਕਿਰਪਾ ਦੇ ਪਾਤਰ ਬਣਨਾ ਹੈ ਤਾਂ ਆਹ ਜੀਵਨ ਜਾਚ ਤੁਹਾਡੇ ਕੋਲ ਹੈ। ਇਸ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕਰਕੇ ਤੁਰਨਾ। ਇਹ ਜੀਵਨ ਜਾਚ ਸਾਨੂੰ ਇਹਨਾਂ ਸ਼ਬਦਾਂ ਵਿੱਚ ਗੁਰੂ ਸਾਹਿਬ ਜੀ ਨੇ ਦਿੱਤੀ ਹੈ। ਤਾਂ ਇੱਥੇ ਜਿਹੜਾ ਹੈ ਇਹ ਮਹੀਨੇ ਦਾ 12 ਮਹੀਨੇ ਜਿਹੜੇ ਨੇ ਤੇ ਸਾਲ ਦਾ ਅਖੀਰੀ ਮਹੀਨੇ ਦੇ ਨਾਮ ਤੋਂ ਗੁਰੂ ਸਾਹਿਬ ਜੀ ਨੇ ਇਹ ਜੀਵਨ ਜਾਚ ਦਿੱਤੀ ਹੈ। ਤੋ ਆਪ ਸਾਰਿਆਂ ਨੇ ਇਸ ਨੂੰ ਧਿਆਨ ਦੇ ਕਰਕੇ ਸੁਣਿਆ ਤੇ ਪੜ੍ਹਿਆ ਵੀ ਹੈ। ਤੋ ਵੇਖੋ ਗੁਰੂ ਸਾਹਿਬ ਨੇ ਇਸ ਜਿਹੜਾ ਹੈ ਪੂਰੇ ਦੇ ਪੂਰੇ ਇਹਨਾਂ ਅੱਖਰਾਂ ਦੇ ਵਿੱਚ ਬਾਣੀ ਦੇ ਅੰਦਰ, ਇਸ ਬਾਣੀ ਦੇ ਅੰਦਰ ਕਿਤੇ ਵੀ ਕੋਈ ਜਿਹੜਾ ਖਾਸ ਇੱਕ ਦਿਨ ਨੂੰ ਵੱਡੀ ਮਹੱਤਤਾ ਨਹੀਂ ਦਿੱਤੀ, ਸਗੋਂ ਸਾਰਿਆਂ ਤੋਂ ਹੀ ਸਾਨੂੰ ਸਿਫਤ ਸਲਾਹ ਕਰਨ ਦੀ, ਸਤ ਸੰਗਤ ਵਿੱਚ ਆਉਣ ਦੀ, ਬਾਣੀ ਪੜ੍ਹਨ ਦੀ, ਮਾਲਕ ਪ੍ਰਭੂ ਚਰਨਾਂ ਨਾਲ ਜੁੜਨ ਦੀ ਪ੍ਰੇਰਨਾ ਜਿਹੜੀ ਹੈ ਦਿੱਤੀ ਹੈ। ਤੇ ਇਹ ਵੀ ਨਹੀਂ ਦਿੱਤਾ ਵੀ ਸਿਰਫ ਮਹੀਨੇ ਦੇ ਪਹਿਲੇ ਦਿਨ ਹੀ ਜੁੜਨਾ ਹੈ ਤੇ ਬਾਕੀ 29 ਦਿਨ ਖਾਲੀ ਰੱਖਣੇ ਨੇ, ਐਸਾ ਵੀ ਨਹੀਂ ਕਿਹਾ। ਸਗੋਂ ਇੱਥੇ ਤੇ ਵੇਖੋ ਨਿਤ ਸਲਾਹੀ ਹੈ। ਤੋ ਨਿਤ ਜਿਹੜਾ ਹੈ ਇਹਦੇ ਵਿੱਚ ਨਾ ਦਿਨ ਆਉਂਦੇ ਨੇ, ਨਾ ਮਹੀਨੇ ਆਉਂਦੇ ਨੇ, ਨਾ ਸਾਲ ਆਉਂਦੇ। ਨਿਤ ਇਹ ਹੈ ਵੀ ਜਦੋਂ ਤੈਨੂੰ ਸੁਰਤ ਆ ਗਈ ਹੈ ਤੇ ਉਹ ਸਾਹ ਜਿਹੜਾ ਹੈ ਅਖੀਰ ਖਤਮ ਹੋਣ ਤੱਕ। ਬਾਣੀ ਵਿੱਚ ਹਜ਼ੂਰ ਆਖਦੇ ਨੇ ਵੀ ਜਿੰਨਾ ਚਿਰ ਤੇਰੇ ਅੰਦਰ ਸਾਹ ਹੈ ਉਹਨਾਂ ਚਿਰ ਰੱਬ ਦੀ ਬੰਦਗੀ ਕਰਨੀ ਹੀ ਕਰਨੀ ਹੈ, ਉਹਨਾਂ ਚਿਰ ਬੰਦਗੀ ਵਿੱਚ ਜੁੜਨਾ ਹੀ ਜੁੜਨਾ ਹੈ। ਜਿੰਨਾ ਚਿਰ ਅਖੀਰੀ ਸਾਹ ਹੈ ਰੱਬ ਦੀ ਬੰਦਗੀ ਵਿੱਚ ਅਸੀਂ ਜੁੜਨਾ ਹੀ ਹੈ। ਜਿਹਨੂੰ ਸਾਸ ਸਾਸ ਸਿਮਰੋ ਗੋਬਿੰਦ, ਇਹ ਵੀ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ।